जी मेरे सज्जनों ते मित्रों, जनाब एक आलम लोहार दे चाहण वालिओ ते आलम लोहार दे जिन्ने फैन हो, एक नवी वीडियो दे नाल तुहाडा अपना अब्दुल रहमान तुहाडी खिदमत दे विच दोबारा पेश। ते शुक्रिया मेरे तमाम वीडियो वेखण वालिआं दा। ते अज असीं गल करांगे जनाब आलम लोहार दी ओह ख्वाहिश जिहड़ी कि उन्हां दी जिंदगी च पूरी नहीं होई। ते जनाब ਉਹ ख्वाहिश ਜਿਹੜੀ ਹੈ ਇਹਨਾਂ ਦੇ ਬੇਟੇ ਆਰਫ ਲੋਹਾਰ ਨੇ ਫਿਰ ਪੂਰੀ ਕੀਤੀ। ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਵੇਖਣਾ ਹੈ। ਔਰ ਜਿਹੜੇ ਨਵੇਂ ਮੇਰੇ ਚੈਨਲ 'ਤੇ ਆਏ ਨੇ ਉਹਨਾਂ ਦੇ ਰਿਕੁਐਸਟ ਹੈ ਕਿ ਮੇਰੀਆਂ ਪਿਛਲੀਆਂ ਵੀਡੀਓ ਨੂੰ ਵੀ ਜ਼ਰੂਰ ਵੇਖ ਕੇ ਆਓ। ਕਾਫੀ ਆਲਮ ਲੋਹਾਰ ਸਾਹਿਬ ਦੇ ਮੁਤਲਕ, ਉਹਨਾਂ ਦੇ ਮਕਬਰੇ ਦੇ ਮੁਤਲਕ ਕਾਫੀ ਮਾਲੂਮਾਤਾਂ ਦਿੱਤੀਆਂ ਨੇ। ਅਤੇ ਨਵੀਂ ਵੀਡੀਓ ਦੇ ਨਾਲ ਨਾਲ ਮੇਰੀਆਂ ਪਿਛਲੀਆਂ ਵੀਡੀਓ ਜਿਹੜੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਵੇਖਿਆ ਕਰੋ। ਤੇ ਅੱਜ ਅਸੀਂ ਤੁਹਾਨੂੰ ਆਲਮ ਲੋਹਾਰ ਦੀ ਉਸ ख्वाहिश ਦੇ ਮੁਤਲਕ ਦੱਸਾਂਗੇ ਜਿਹੜੀ ਉਹ ਪੂਰੀ ਨਹੀਂ ਹੋ ਸਕੀ। ਤੇ ਵੀਡੀਓ ਦੇ ਨਾਲ ਜੁੜਿਆ ਰਹਿਣਾ, ਆਖਰ ਤੱਕ ਵੀਡੀਓ ਨੂੰ ਜ਼ਰੂਰ ਵੇਖਣਾ। ਤੇ ਅਗਰ ਇਹ ਮੇਰੀ ਵੀਡੀਓ ਪਸੰਦ ਆਏ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤੁਹਾਡਾ ਕੁਝ ਨਹੀਂ ਜਾਂਦਾ, ਨਾਲ ਦਾ ਬਟਨ ਇਹਨੂੰ ਹਲਕਾ ਜਿਹਾ ਦਬਾ ਦਿਆ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਜਿਹੜੀਆਂ ਉਹ ਤੁਸੀਂ ਵੇਖਦੇ ਰਹੋ। ਤੇ ਗੱਲ ਕਰਾਂਗੇ ਜਨਾਬ ਅੱਜ ਆਲਮ ਲੋਹਾਰ ਸਾਹਿਬ ਦੀ ਉਹ ख्वाहिश ਸੀ ਕਿ ਜਿਹੜੀ ਉਹਨਾਂ ਦੀ ਬਹੁਤ ਜ਼ਿਆਦਾ ਸ਼ਿੱਦਤ ਦੇ ਨਾਲ ਉਹਨਾਂ ਨੂੰ ਹੁੰਦੀ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਫਿਲਮੀ ਦੁਨੀਆ ਦੇ ਵਿੱਚ ਕੰਮ ਕਰਾਂ। ਔਰ ਸਾਬਕਾ ਵੀਡੀਓ ਦੇ ਵਿੱਚ ਵੀ ਮੈਂ ਦੱਸ ਚੁੱਕਿਆ ਕਿ ਇਹਦੀ ਖਾਤਰ ਉਹਨਾਂ ਨੇ ਆਪਣਾ ਮਾਲੀ ਵੀ ਬਹੁਤ ਨੁਕਸਾਨ ਕੀਤਾ, ਕਿਉਂਕਿ ਉਹ ਦਰਵੇਸ਼ ਸਿਫਤ ਇਨਸਾਨ ਸੀ। ਔਰ ਜਿਸ ਤਰ੍ਹਾਂ ਦੇ ਹੁਸ਼ਿਆਰ ਚਲਾਕ ਇਸ ਫਿਲਮ ਇੰਡਸਟਰੀ ਦੇ ਲੋਕ ਹੁੰਦੇ ਨੇ, ਇਹਨਾਂ ਜਨਾਬ ਉਹਨੂੰ ਸਾਦਾ ਜਿਹਾ ਬੰਦਾ ਸੀ, ਉਹਨੂੰ ਚੰਗਾ ਲੁੱਟਿਆ। ਕਦੀ ਕੋਈ ਪ੍ਰੋਡਿਊਸਰ ਉਹਨੂੰ ਫਿਲਮ ਦੇ ਵਿੱਚ ਜਨਾਬ ਹੀਰੋ ਬਣਾਉਣ ਦਾ ਜਾਂ ਕੋਈ ਚਾਂਸ ਦੇਣ ਦੇ ਜਨਾਬ ਉਹਨਾਂ ਕੋਲੋਂ ਰੁਪਈਏ ਖਾਣੇ। ਕਿਸੇ ਨੇ ਕਹਿਣਾ ਤੁਸੀਂ ਫਿਲਮ ਹੀ ਆਪਣੀ ਬਣਾਓ। ਆਖਰ ਤੇ ਇੱਕ ਨੇ ਉਹਨਾਂ ਨੂੰ ਰਾਜ਼ੀ ਵੀ ਕਰ ਲਿਆ ਕਿ ਅਸੀਂ ਆਲਮ ਸਾਹਿਬ ਆਪਣੀ ਫਿਲਮ ਹੀ ਆਪਣੀ ਬਣਾਉਂਦੇ ਹਾਂ, ਜਿਹਦੇ ਤੁਸੀਂ ਹੀਰੋ ਹੋਵੋਗੇ, ਹੀਰੋਇਨ ਫਲਾਣੀ ਹੋਏਗੀ। ਅਤੇ ਉਹ ਆਲਮ ਸਾਹਿਬ ਜਿਹੜੇ ਹੁੰਦੇ ਸੀ ਨਾ ਕਿ ਵਿਚਾਰੇ ਸਾਦਾ ਜਿਹਾ ਦਰਵੇਸ਼ ਬੰਦਾ ਸੀ, ਉਹ ਇਹਨਾਂ ਦੀਆਂ ਰੰਗੀਨੀਆਂ ਨੂੰ ਨਹੀਂ ਸੀ ਜਾਣਦਾ ਕਿ ਇਹ ਫਿਲਮ ਇੰਡਸਟਰੀ ਜਿਹੜੀ ਹੈ ਇਹ ਰੰਗਬਾਜ਼ ਜੇ ਲੋਕ ਹੁੰਦੇ ਨੇ। ਔਰ ਪਹਿਲੇ ਤਾਂ ਉਹ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਲੁਟਾਉਂਦਾ ਰਿਹਾ। ਔਰ ਆਖਰ 'ਤੇ ਆਲਮ ਸਾਹਿਬ ਨੂੰ ਫਿਰ ਉਹੀ ਗੱਲ ਹੋਈ ਕਿ ਇੱਕ ਵੱਡੇ ਪ੍ਰੋਡਿਊਸਰ ਨੇ ਜਨਾਬ ਉਹਨਾਂ ਨੂੰ ਪੂਰਾ ਝਾਂਸਾ ਦੇ ਕੇ ਅਤੇ ਆਪਣੀ ਜਨਾਬ ਪੂਰੀ ਫਿਲਮ ਦੇ ਵਿੱਚ ਬਣਾ ਲਿਆ ਔਰ ਖੂਬ ਲੁੱਟਿਆ ਕਿ ਅਸੀਂ ਫਿਲਮ ਹੀ ਆਪਣੀ ਬਣਾਉਂਦੇ ਹਾਂ। ਔਰ ਆਲਮ ਸਾਹਿਬ ਕੋਲੋਂ ਜਨਾਬ ਉਹਨਾਂ ਨੇ ਥੋੜ੍ਹੀ ਬਹੁਤ ਪੇਮੈਂਟ ਵੀ ਖਾਣੀ ਸ਼ੁਰੂ ਕਰ ਲਈ, ਸਾਰਾ ਕੁਝ ਕਰ ਲਿਆ। ਲੇਕਿਨ ਉਹ ਫਿਲਮ ਵੀ ਆਲਮ ਸਾਹਿਬ ਦੀ ਜਿਹੜੀ ਹੈ ਨਾ ਬਣ ਸਕੀ। ਖਾ ਪੀ ਕੇ ਉਹ ਵੀ ਆਪਣੇ ਘਰ ਚਲਾ ਗਿਆ। ਔਰ ਮੁਖਤਲਿਫ ਫਿਲਮਾਂ ਦੇ ਵਿੱਚ 2-4 ਫਿਲਮਾਂ ਨੇ ਉਹਨਾਂ ਦੀ। ਹਥਿਆਰ ਫਿਲਮ ਦੇ ਵਿੱਚ ਉਹਨਾਂ ਨੇ ਮਤਲਬ ਗਾਣਾ ਗਾਇਆ। ਫਿਰ ਉਸ ਤੋਂ ਇਲਾਵਾ ਬਾਈਕਾਟ ਫਿਲਮ ਦੇ ਵਿੱਚ ਉਹਨਾਂ ਨੇ ਗਾਣਾ ਗਾਇਆ। ਇਸ ਤਰ੍ਹਾਂ ਦੀਆਂ ਚੰਦ ਫਿਲਮਾਂ ਦੇ ਵਿੱਚ ਉਹਨਾਂ ਨਾਲ ਇਹ ਹੀ ਹੁੰਦਾ ਰਿਹਾ ਕਿ ਗਾਣੇ ਦੀ ਹੱਦ ਤੱਕ ਉਹਨਾਂ ਨੂੰ ਚਾਂਸ ਦਵਾ ਦੇਣਾ ਕਰਨਾ ਔਰ ਬਜਾਏ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਦੇ ਉਲਟਾ ਉਹਨਾਂ ਕੋਲੋਂ ਮੁਆਵਜ਼ਾ ਖਾ ਵੀ ਲੈਣਾ। ਅਤੇ ਉਹ ਇਹ ਹਸਰਤ ਲੈ ਕੇ ख्वाहिश ਰਹਿ ਗਈ ਕਿ ਕਾਸ਼ ਯਾਰ ਮੈਂ ਫਿਲਮਾਂ ਦੇ ਵਿੱਚ ਵੀ ਆਵਾਂ। ਦੁਨੀਆ ਤੋਂ ਟੁਰ ਗਏ। ਉਸ ਤੋਂ ਬਾਅਦ ਉਹਨਾਂ ਦੇ ਜਾਨਸ਼ੀਨ ਬਣੇ ਆਰਫ ਲੋਹਾਰ ਸਾਹਿਬ। ਆਰਫ ਲੋਹਾਰ ਸਾਹਿਬ ਨੇ ਬਾਕੀ ਤੇ ਉਹਨਾਂ ਦੀ ਜਿੰਨੀ ਕੋਈ ਕਮੀ ਸੀ ਉਹਨੂੰ ਪੂਰਾ ਆਪਣੇ ਬਾਪ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਕੋਸ਼ਿਸ਼ ਕੀਤੀ। ਸਟੇਜ ਦੇ ਉੱਤੇ ਆਏ ਔਰ ਥੀਏਟਰਾਂ ਦੇ ਵਿੱਚ ਉਹਨਾਂ ਨੇ ਗਾਇਆ, ਸਾਰਾ ਕੁਝ ਕੀਤਾ। ਲੇਕਿਨ ਇਸ ਗੱਲ ਦਾ ਆਰਫ ਲੋਹਾਰ ਨੂੰ ਵੀ ਇਲਮ ਸੀ ਕਿ ਮੇਰੇ ਵਾਲਦ ਦੀ ਦਿਲੀ ख्वाहिश ਹੁੰਦੀ ਸੀ ਕਿ ਮੈਂ ਫਿਲਮਾਂ ਦੇ ਵਿੱਚ ਲੀਡਿੰਗ ਰੋਲ ਕਰਾਂ, ਲੇਕਿਨ ਉਹ ख्वाहिश ਮੇਰੇ ਵਾਲਦ ਦੀ ਪੂਰੀ ਨਹੀਂ ਹੋਈ। ਔਰ ਇਸ ਗੱਲ ਦਾ ਆਰਫ ਲੋਹਾਰ ਦੀ ਵਾਲਦਾ ਨੂੰ ਵੀ ਪਤਾ ਸੀ ਕਿ ਆਲਮ ਸਾਹਿਬ ਦੀ ਜਿਹੜੀ ਹੈ ਨਾ ਇਹ ख्वाहिश ਜਿਹੜੀ ਹੈ ਨਾ ਬਹੁਤ ਜ਼ਿਆਦਾ ਸੀ ਅਤੇ ਜਿਹੜੀ ਉਹਨਾਂ ਦੀ ਜ਼ਿੰਦਗੀ 'ਚ ਪੂਰੀ ਨਹੀਂ ਹੋ ਸਕੀ। ਅਤੇ ਉਹਨਾਂ ਦੀ ਵਾਲਦਾ ਫਿਰ ਆਰਫ ਸਾਹਿਬ ਦੇ ਪਿੱਛੇ ਪਈ ਰਹੀ ਕਿ ਯਾਰ ਤੂੰ ਆਰਫ ਕੋਸ਼ਿਸ਼ ਕਰ, ਤੈਨੂੰ ਨਹੀਂ ਕੋਈ ਫਿਲਮਾਂ ਦੇ ਵਿੱਚ ਲੈਂਦਾ, ਜਿਹਦਾ ਅਕਸਰ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਜ਼ਿਕਰ ਵੀ ਕੀਤਾ। ਲੇਕਿਨ ਉਹਦੀ ਮੇਨ ਵਜ੍ਹਾ ਜਿਹੜੀ ਸੀ ਉਹ ਸਿਰਫ ਆਲਮ ਸਾਹਿਬ ਦੀ ਫਿਲਮ ਦੀ ख्वाहिश ਸੀ ਜਿਹਨੂੰ ਉਹ ਪੂਰਾ ਕਰਵਾਉਣਾ ਚਾਹੁੰਦੀਆਂ ਸਨ। ਔਰ ਫਿਰ ਆਰਫ ਸਾਹਿਬ ਨੇ ਜਨਾਬ ਪੂਰੀ ਮਿਹਨਤ ਜਾਰੀ ਰੱਖੀ, ਆਪਣੇ ਤਲਕਾਤ ਬਣਾਉਂਦੇ ਰਹੇ। ਅੱਲਾ ਨੇ ਇਹਨਾਂ ਨੂੰ ਸ਼ਕਲ ਵੀ ਖੂਬਸੂਰਤ ਦਿੱਤੀ ਸੀ।
ਨਾਮ ਵੀ ਇਹਨਾਂ ਦਾ ਮੌਸੀਕੀ ਦੇ ਵਿੱਚ ਬਣ ਚੁੱਕਿਆ ਸੀ। ਡਾਂਸ ਵਗੈਰਾ ਵੀ ਆਲਮ ਸਾਹਿਬ ਤੋਂ ਜ਼ਿਆਦਾ ਅੱਛਾ ਕਰਦੇ ਸੀ। ਅਤੇ ਫਿਰ ਆਸਤਾ ਆਸਤਾ ਇਹਨਾਂ ਨੂੰ ਫਿਲਮੀ ਚਾਂਸ ਮਿਲਣਾ ਸ਼ੁਰੂ ਹੋਇਆ ਔਰ ਇਹਨਾਂ ਨੇ 1-2 ਫਿਲਮਾਂ ਛੋਟੇ ਮੋਟੇ ਰੋਲ ਕੀਤੇ। ਫਿਰ ਜ਼ਿੰਦਗੀ ਫਿਲਮ ਬਣਾਈ। ਜ਼ਿੰਦਗੀ 'ਚ ਮਾਸ਼ਾਅੱਲਾ ਜਨਾਬ ਫਿਰ ਆਰਫ ਸਾਹਿਬ ਗਏ। ਔਰ ਇੱਕ ਵਾਕਿਆ ਤੁਹਾਨੂੰ ਅੱਜ ਮੈਂ ਹੋਰ ਵੀ ਦੱਸਣ ਲੱਗਾ, ਜਿਹੜਾ ਇਸ ਤੋਂ ਪਹਿਲੇ ਤੁਹਾਨੂੰ YouTube 'ਤੇ ਕਿਸੇ ਨੇ ਨਹੀਂ ਦੱਸਿਆ ਹੋਣਾ, ਕਿ ਫਿਲਮ ਜ਼ਿੰਦਗੀ ਬਣ ਰਹੀ ਸੀ ਪੂਰੀ ਅੱਛੀ। ਟਾਈਟਲ ਅਤਾਉਲਾ ਖਾਨ ਈਸਾ ਖੇਲਵੀ ਵੀ ਨਾਲ ਸੀ, ਸ਼ਾਹਿਦਾ ਮਿੰਨੀ ਸੀ, ਹੋਰ ਅਦਾਕਾਰ ਵੀ ਸੀ। ਲੇਕਿਨ ਉਹਨਾਂ ਦਿਨਾਂ ਦੇ ਵਿੱਚ ਆਬਦਾ ਪ੍ਰਵੀਨ ਦੀ ਇੱਕ ਮੈਂ ਯਾਰ ਦੀ ਘੜੋਲੀ ਪੜਦੀ ਬਹੁਤ ਹਿੱਟ ਸੌਂਗ ਜਾ ਰਿਹਾ ਸੀ। ਅਤੇ ਹਦਾਇਤਕਾਰ ਜ਼ਹੂਰ ਹੁਸੈਨ ਗਿਲਾਨੀ ਸਾਹਿਬ ਨੇ ਕਿਹਾ ਕਿ ਅਗਰ ਇਹ ਗਾਣਾ ਸਾਡੀ ਫਿਲਮ ਦੇ ਵਿੱਚ ਕਿਸੇ ਤਰੀਕੇ ਨਾਲ ਆ ਜਾਵੇ ਨਾ, ਅਤੇ ਫਿਲਮ ਸਾਡੀ ਗਰੰਟੀ ਦੇ ਨਾਲ ਜਿਹੜੀ ਹੈ ਨਾ ਹਿੱਟ ਫਿਲਮ ਜਾਏਗੀ। ਅਤੇ ਕਾਸ਼ ਕਿਸੇ ਤਰੀਕੇ ਨਾਲ। ਅਤੇ ਆਰਫ ਸਾਹਿਬ ਨੇ ਫਿਰ ਜ਼ਿੰਮੇਵਾਰੀ ਆਪਣੇ 'ਤੇ ਲਈ ਔਰ ਉਹਨਾਂ ਨੇ ਇਹ ਕਿਹਾ ਕਿ ਆਪਦਾ ਪ੍ਰਵੀਨ ਕੋਲੋਂ ਇਹ ਗਾਣਾ ਫਿਲਮ 'ਚ ਲਿਆਉਣਾ ਮੇਰੀ ਜ਼ਿੰਮੇਵਾਰੀ ਹੈ। ਇਹ ਇੱਕ ਲੰਬੀ ਦਾਸਤਾਨ ਹੈ, ਇਹ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਦੱਸਾਂਗਾ। ਅਤੇ ਫਿਰ ਆਰਿਫ ਸਾਹਿਬ ਕਿਸ ਤਰੀਕੇ ਨਾਲ ਆਪਦਾ ਪ੍ਰਵੀਨ ਨੂੰ ਰਾਜ਼ੀ ਕਰਕੇ ਇਸ ਫਿਲਮ ਦੇ ਵਿੱਚ ਗਾਣੇ 'ਚ ਲੈ ਕੇ ਆਏ। ਔਰ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਜ਼ਿੰਦਗੀ ਫਿਲਮ ਨਹੀਂ ਸੁਣੀ ਵੇਖੀ, ਉਹ ਇਸ ਫਿਲਮ ਨੂੰ ਜ਼ਰੂਰ ਵੇਖਣਾ। ਅਤੇ ਜਿਸ ਵਕਤ ਆਪਦਾ ਪ੍ਰਵੀਨ ਨੇ ਮੈਂ ਯਾਰ ਦੀ ਘੜੋਲੀ ਪੜਦੀ ਗਾਇਆ, ਅਤੇ ਆਰਫ ਸਾਹਿਬ ਨੇ ਉੱਥੇ ਡਾਂਸ ਦੀ ਪੂਰੀ ਅਖੀਰ ਕਰ ਦਿੱਤੀ। ਔਰ ਉਹਨੂੰ ਅਗਰ ਤੁਸੀਂ ਵੇਖੋਗੇ ਤਾਂ ਤੁਹਾਨੂੰ ਪਤਾ ਆਏਗਾ ਕਿ ਦਿਲੋਂ ਕਿ ਆਰਫ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਔਰ ਉਸ ਗਾਣੇ ਦੇ ਵਿੱਚ ਜਾ ਕੇ ਉਹ ਬੜੀ ਫਿਲਮ ਹਿੱਟ ਵੀ ਹੋਈ। ਅਤੇ ਇਹ ਆਰਫ ਸਾਹਿਬ ਦਾ ਇੱਕ ਕੰਮ ਸੀ। ਅਤੇ ਉਮੀਦ ਹੈ ਮੇਰੀ ਅੱਜ ਦੀ ਇਨਫੋਰਮੇਸ਼ਨ ਔਰ ਆਲਮ ਸਾਹਿਬ ਦੀ ਇਹ ਖਵਾਹਿਸ਼ ਵਾਲੀ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ। ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਅਤੇ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਕਿ ਆਰਫ ਸਾਹਿਬ ਨੇ ਉਹਦੀ ਖਾਤਰ ਕਿੰਨੀ ਅਤੇ ਕੀ ਕੁਝ ਕੀਤਾ। ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਅਸਲਾਮ ਅਲੈਕੁਮ।